बहुत टाइम लगाया गया था, पुलिस का टीम पहुंचने में बहुत टाइम लग गया था। लेकिन आज आरसीएमपी की जानिब से ये कहा गया है कि ये गलत है। ਹਰਦੀਪ ਸਿੰਘ ਨਿੱਜਰ ਹੋਣ ਦੇ ਕਤਲ ਕੇਸ ਦੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦਾ ਪੱਖ ਹੈ ਨਾ, ਉਹਨੂੰ ਆਬਜੈਕਟਿਵਲੀ ਹੈਂਡਲ ਨਹੀਂ ਕੀਤਾ ਜਾ ਰਿਹਾ। ਮੈਨੂੰ ਲੱਗਦਾ ਕਿ ਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਵਾਰ ਸ਼ੁਰੂ ਹੋ ਚੁੱਕਾ ਹੈ। ਸੋ ਕਹਿੰਦੇ ਨੇ 4 ਮਿੰਟ 'ਚ ਅਸੀਂ ਪਹੁੰਚੇ, 20 ਮਿੰਟ ਦੇ ਵਿੱਚ ਪਹੁੰਚਣ ਦੀ ਖਬਰ ਗਲਤ ਹੈ। ਹੋਰ ਬੜੇ ਵੱਡੇ ਕਲੇਮਸ ਕੀਤੇ ਗਏ ਨੇ ਵੀ ਜਿਹੜੇ ਤਕਰੀਬਨ 40 ਦੇ ਆਸ-ਪਾਸ ਹੋਰ ਐਸੇ ਬਿਜ਼ਨਸਿਸ ਜਾਂ ਹੋਰ ਜਿਹੜਾ ਐਸਕੇਪ ਰੂਟ ਸੀ, ਹਮਲਾਵਰ ਜਿੱਥੋਂ ਆਏ ਆ, ਜਿੱਧਰੋਂ ਗਏ, ਜੋ ਪੋਸੀਬਲ ਹੈ। ਹੁਣ ਵਾਸ਼ਿੰਗਟਨ ਪੋਸਟ ਹੀ ਦੱਸ ਸਕਦਾ ਵੀ ਉਹਨਾਂ ਨੂੰ ਕਿੱਥੋਂ ਜਾਣਕਾਰੀ ਮਿਲ ਰਹੀ ਹੈ। 3 ਮਹੀਨੇ ਹੋ ਚੁੱਕੇ ਨੇ ਕਤਲ ਦੀ ਵਾਰਦਾਤ ਤੋਂ ਬਾਅਦ ਕਿ ਉਹ ਰੂਟ 'ਤੇ ਜਿੱਥੋਂ ਬੰਦੇ ਆਏ ਆ, ਜਿੱਥੋਂ ਭੱਜੇ, ਕਿ ਉਹਨਾਂ ਥਾਂ ਦੇ ਉੱਤੇ ਜਾ ਕੇ ਪੁਲਿਸ ਨੇ ਉਹਨਾਂ ਦੀ ਕੋਈ ਫੁਟੇਜ ਜਾਂ ਨਹੀਂ ਲਈ ਹੋਏਗੀ। ਇਹ ਚੀਜ਼ ਬਹੁਤ अनरियलिस्टिक लग रही है। पॉसिबल ही नहीं है कि आई हिट ने काम ना किया होवे। वॉशिंगटन पोस्ट के उस रिपोर्ट में कहा गया कि आरसीएमपी को पूछा गया था, लेकिन उन लोगों की तरफ से कोई जवाब नहीं आया कि सीन ऑफ क्राइम ਦੇ ਨਾਲ ਜੁੜੀਆਂ ਬਹੁਤ ਸੀ ਚੀਜ਼ਾਂ ਉਹਨੂੰ ਸੀਕ੍ਰੇਟ ਰੱਖਿਆ ਜਾਂਦਾ ਹੈ। ਉਹਦਾ ਰੀਜ਼ਨ ਇਹ ਹੁੰਦਾ ਬਾਅਦ ਦੇ ਵਿੱਚ ਜਿਹੜੇ ਜਿਹੜੇ ਅਕਿਊਜ਼ ਹੁੰਦੇ ਨੇ ਉਹ ਕੋਰਟਾਂ ਦੇ ਵਿੱਚ ਉਸ ਇਨਫੋਰਮੇਸ਼ਨ ਦੀ ਵਰਤੋਂ ਕਰ ਸਕਦੇ ਨੇ। ਕਈਆਂ ਸੁਣੀਆਂ ਗੱਲਾਂ ਬਹੁਤ ਹੁੰਦੀਆਂ ਨੇ, ਲੋਕਾਂ ਨੇ ਗੱਲ ਕਰਤੀ, ਕਿਸ ਨੇ ਇਹ ਕਹਿਤਾ ਜੀ ਹਾਂ ਇਹ ਵੀ ਸੀ, ਉਹ ਵੀ ਸੀ, ਬਹੁਤ ਸੀ ਚੀਜ਼ਾਂ ਹੁੰਦੀਆਂ, ਲੇਕਿਨ ਸਭ ਚੀਜ਼ ਨੂੰ ਕੁਆਂਟੀਫਾਈ ਕਰਨਾ ਪੈਂਦਾ ਵੀ ਕੌਣ ਸਹੀ ਦੱਸ ਰਿਹਾ, ਕੌਣ ਨਹੀਂ ਦੱਸ ਰਿਹਾ। नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। हरदीप निज्जर के कत्ल के केस में बहुत बातें हो चुकी हैं। एक लेटेस्ट वॉशिंगटन पोस्ट की रिपोर्ट आई कल, और जिसमें कहा गया कि उनको 50 से ज़्यादा गोलियां मारी गई। एक दूसरी कार भी थी जिसके बारे में अभी तक खुलासा हुआ नहीं था, और तकरीबन 6 लोग शायद शामिल थे। साथ ही साथ ये भी कहा गया कि जो पुलिस का रिस्पांस था वो भी काफ़ी लेट था। सूत्रों के हवाले से ये कहा गया कि बहुत टाइम लगाया गया था, पुलिस का टीम पहुंचने में बहुत टाइम लग गया था। लेकिन आज आरसीएमपी की जानिब से ये कहा गया है कि ये गलत है। 4 मिनट से कम टाइम में पुलिस पहुंच गई थी, और भी बहुत सारी बातें कही गई हैं। इसमें बहुत डिटेल में बात करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। शुक्रिया मनी। तो ये बातें हो रही हैं आरसीएमपी का, वो आपने देखा रिलीज़ आपने भी, जिसमें ये कहा गया है कि भाई 4 मिनट से कम टाइम में पहुंच गई थी पुलिस की टीम। कोई जुरिसडिक्शनल इशू नहीं था जो वॉशिंगटन पोस्ट के रिपोर्ट में कहा गया था। लेकिन 2 चीज़ें और भी थी जिसमें पहली बार शायद किसी ने बताया नहीं गया था इससे पहले कि एक वाइट सीडैन गाड़ी भी थी जो शुरू में देखी गई, जो एक 90 सेकंड का क्लिप था, उसमें देखा गया है। क्या लग रहा है कि मतलब इतना टाइम क्यों लगा ये डिटेल बाहर आने में? ਮੈਨੂੰ ਮਨੀ ਜੀ ਇਹ ਲੱਗ ਰਿਹਾ ਕਿ ਹਰਦੀਪ ਸਿੰਘ ਨਿੱਜਰ ਹੋਣ ਦੇ ਕਤਲ ਕੇਸ ਦੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦਾ ਪੱਖ ਹੈ ਨਾ, ਉਹਨੂੰ ਆਬਜੈਕਟਿਵਲੀ ਹੈਂਡਲ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਕੈਨੇਡੀਅਨ ਅਥਾਰਟੀਜ਼ ਤਾਂ ਚਾਹ ਰਹੀਆਂ ਨੇ ਕਿ ਇਸ ਬਾਰੇ ਭਾਰਤ ਸਰਕਾਰ ਕੋਆਪਰੇਟ ਕਰੇ, ਕੋਲੈਬੋਰੇਟ ਕਰੇ, ਹੋਰ ਜਾਂਚ ਦੇਵੇ, ਲੇਕਿਨ ਇੱਕ ਮੈਨੂੰ ਲੱਗਦਾ ਕਿ ਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਵਾਰ ਸ਼ੁਰੂ ਹੋ ਚੁੱਕਾ ਹੈ। ਸੋ ਕਿਤੇ ਨਾ ਕਿਤੇ ਆ ਜਿਹੜੀ ਵਾਸ਼ਿੰਗਟਨ ਪੋਸਟ ਦੇ ਵਿੱਚ ਆ ਨਿਊਜ਼ ਛਪੀ, ਜਿਸ ਵਿੱਚ ਕਈ ਖੁਲਾਸੇ ਕਰਤੇ ਗਏ। ਹੁਣ ਇਹ ਜਾਣਕਾਰੀਆਂ ਆਪਾਂ ਇੱਥੇ ਸਰੀ 'ਚ ਬੈਠੇ ਹਾਂ, ਅਸੀਂ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂ ਜਿੰਨੇ ਵੀ ਬਰੀਫਿੰਗਸ ਹੋਈਆਂ ਨੇ, ਆਫੀਸ਼ੀਅਲ ਬਰੀਫਿੰਗਸ ਹੁੰਦੀਆਂ ਨੇ, ਕੋਈ ਇਹ ਤਾਂ ਹੈ ਨਹੀਂ ਕਿ ਸੋਰਸਿਸ ਦੇ ਜ਼ਰੀਏ ਤੁਸੀਂ ਲੀਕ ਕਰ ਦਿਓ। ਸੋ ਉਹ ਗੱਲਾਂ ਬਾਤਾਂ ਕਿਤੇ ਨਿਕਲੀਆਂ ਨਹੀਂ ਅਜੇ ਤੱਕ ਐਜ਼ ਆਫ ਨਾਓ। ਮੇ ਬੀ ਦੇਰ ਆਰ ਪਾਰਟ ਆਫ ਇਨਵੈਸਟੀਗੇਸ਼ਨ। ਹਜੇ ਇਨਵੈਸਟੀਗੇਸ਼ਨ ਨੂੰ ਪ੍ਰੀਮੇਚੋਰ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਹੈ, ਵਿੰਗ ਹੈ ਇਨਫੈਕਟ ਪੁਲਿਸ ਦਾ, ਆਈ ਹਿਟ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ, ਉਹਨਾਂ ਨੇ ਹਲੇ ਚੀਜ਼ਾਂ ਦੇ ਖੁਲਾਸੇ ਸ਼ਾਇਦ ਨਾ ਕੀਤੇ ਹੋਣ, ਜਾਂ ਫਿਰ ਜਿਹੜੀਆਂ ਚੀਜ਼ਾਂ ਕੁਛ ਚੀਜ਼ਾਂ ਕਿਉਂਕਿ ਪ੍ਰੋਸੀਡਿੰਗ ਪ੍ਰੋਸੈਸ ਦੇ ਵਿੱਚ ਹੁੰਦੀਆਂ ਨੇ, ਇਟ ਇਜ਼ ਨਾਟ ਐਡਵਾਈਜ਼ੇਬਲ ਕਿ ਤੁਸੀਂ ਤਫਤੀਸ਼ ਨੂੰ ਉਸੇ ਵਕਤ ਨਸ਼ਰ ਕਰੋ। ਲੇਕਿਨ ਵਾਸ਼ਿੰਗਟਨ ਪੋਸਟ ਨੇ ਤਾਂ ਖੋਲ੍ਹ ਕੇ ਰੱਖਤਾ, ਅਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਕੋਟ ਕੀਤਾ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜਿਹੜੇ ਜਨਰਲ ਸਕੱਤਰ ਨੇ ਗੁਰਮੀਤ ਤੂਰ ਸਾਹਿਬ, ਉਹਨਾਂ ਨੂੰ ਕੋਟ ਕੀਤਾ ਹੈ। ਇੱਕ ਹੋਰ ਕੋਈ ਲੋਕਾਂ ਨੂੰ ਕੋਟ ਕੀਤਾ ਗਿਆ। ਸੋ ਉਹਦਾ ਬੜਾ ਹੀ ਗ੍ਰਾਫਿਕ ਅਕਾਊਂਟ ਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਪੂਰੀ ਦੀ ਪੂਰੀ ਵਾਰਦਾਤ ਦੇ ਮੌਕੇ, ਉਸ ਤੋਂ ਪਹਿਲਾਂ ਤੇ ਬਾਅਦ ਦੀ ਘਟਨਾਵਾਂ ਦੀ ਜਿਹੜੀ CCTV ਨੂੰ ਸਕੈਨ ਕੀਤਾ ਹੈ। ਕੁਛ ਫੁਟੇਜ ਹੈਗੀ ਹੈ ਜੋ ਕਿ ਉਹਨਾਂ ਨੂੰ ਦਿਖਾਈ ਗਈ ਹੈ। ਉਹ ਫੁਟੇਜ ਤਾਂ ਹਜੇ ਤੱਕ ਪੁਲਿਸ ਕੋਲ ਹੀ ਹੋਏਗੀ ਜਾਂ ਗੁਰਦੁਆਰਾ ਸੰਬੰਧਿਤ ਅਥਾਰਟੀਜ਼ ਕੋਲ ਹੋਏਗੀ। ਲੇਕਿਨ ਆ ਜਿਹੜੇ ਖੁਲਾਸੇ ਹੋਏ ਨੇ ਜਾਂ ਇਹਨਾਂ ਨੇ ਜੋ ਕਿਹਾ ਤੇ ਉਹਨਾਂ ਨੂੰ ਆਊਟਰਾਈਟਲੀ ਰਿਜੈਕਟ ਨਾਲ ਦੇ ਨਾਲ ਹੋ ਗਿਆ। ਮਿਸਾਲ ਦੇ ਤੌਰ 'ਤੇ ਇਹਨਾਂ ਨੇ ਕਿਹਾ ਵੀ 20 ਮਿੰਟ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 20 ਮਿੰਟ ਲੇਟ ਪੁਲਿਸ ਪਹੁੰਚੀ, ਰਿਸਪੌਂਡ ਨਹੀਂ ਹੋਇਆ, ਵਿਚ ਇਜ਼ ਮਤਲਬ ਇਹ ਸਮਝ ਨਹੀਂ ਆਉਂਦਾ ਕਿ ਕੈਨੇਡੀਅਨ ਕੰਟੈਕਸਟ ਦੇ ਵਿੱਚ ਇਹ ਗੱਲ ਸਹੀ ਨਹੀਂ ਹੈ। ਸੋ ਵਾਸ਼ਿੰਗਟਨ ਪੋਸਟ ਨੇ ਕਿਉਂ ਇਹ ਕਲੇਮ ਕੀਤੇ ਜਾਂ ਕਿਵੇਂ ਕਲੇਮ ਕੀਤੇ, ਕਿਸ ਬੇਸ ਉੱਤੇ ਕਿਤੇ, ਇਹ ਕਲੀਅਰ ਨਹੀਂ ਹੈਗੀ ਗੱਲਬਾਤ। ਲੇਕਿਨ ਬਹੁਤ ਸੀ ਚੀਜ਼ਾਂ ਇਨਐਕੂਰੇਟ ਹੈਗੀਆਂ ਨੇ। ਸੋ ਹੁਣ ਉਹ ਰਿਪੋਰਟ 'ਚ ਕਿਹਾ ਜਾ ਰਿਹਾ ਕਿ 2 ਗੱਡੀਆਂ ਸੀ, ਹਲੇ ਤੱਕ ਇੱਕ ਹੀ ਸਿਲਵਰ ਟੋਇਟਾ ਕੈਮਰੀ ਦਾ ਜ਼ਿਕਰ ਆਇਆ ਸੀ, ਜੋ ਕਿ ਉਹ ਵੀ ਗੈਟਅਵੇ ਐਸਕੇਪ ਵਹੀਕਲ ਸੀਗਾ। ਸੋ ਓਰੀਜਨਲ ਹਮਲਾਵਰ ਕਿਹੜੇ ਗੱਡੀ 'ਚ ਹੈ ਨਹੀਂ ਹੈ, ਇਹ ਵਾਸ਼ਿੰਗਟਨ ਪੋਸਟ ਨੂੰ ਪਹਿਲਾਂ ਕਿਵੇਂ ਪਤਾ ਹੈ, ਉਹ ਕਿਵੇਂ ਕਲੇਮ ਕਰ ਰਹੇ ਨੇ। ਸਿਰਫ CCTV ਫੁਟੇਜ ਤੋਂ ਉਹਨਾਂ ਨੇ ਸਾਰੇ ਦੇ ਸਾਰੇ ਐਨਾਲਿਸਿਸ ਕੀਤੇ ਨੇ। ਲੇਕਿਨ ਹਜੇ ਤੱਕ ਜੋ ਉਹਨਾਂ ਦੀ ਗੱਲਾਂ ਬਾਤਾਂ ਨੇ, 2 ਚੀਜ਼ਾਂ ਤਾਂ ਗਲਤ ਕਲੀਅਰ ਕਰਤੀਆਂ ਗਈਆਂ ਨੇ ਕਿ ਇੱਕ
ਵੀ ਦੇਰੀ ਹੋਈ ਜਾਂਚ ਦੇ ਅਧਿਕਾਰੀਆਂ ਦੇ ਉੱਥੇ ਮੌਕੇ ਤੇ ਪਹੁੰਚਣ ਦੇ ਵਿੱਚ। ਤੇ ਦੂਸਰਾ ਜਿਹੜਾ ਇੱਕ ਜੁਰਿਸਡਿਕਸ਼ਨ ਦਾ ਇਸ਼ੂ ਚੱਕ ਲਿਆ ਗਿਆ, ਵੀ ਇਹ ਵੀ ਕਲੀਅਰ ਕਰਨਾ ਜ਼ਰੂਰੀ ਹੈ ਕਿ ਸਰੀ ਤੇ ਆਰਸੀਐਮਪੀ, ਸਰੀ ਦੇ ਵਿੱਚ ਇਸ ਵਕਤ ਪੁਲਿਸ ਆਫ ਜੁਰਿਸਡਿਕਸ਼ਨ ਹੈ ਆਰਸੀਐਮਪੀ, ਲੇਕਿਨ ਇੱਕ ਹੋਰ ਵਿਵਾਦ ਚੱਲਦਾ ਪਿਆ ਜਿਸ ਵਿੱਚ ਕਹਿ ਰਹੇ ਨੇ ਵੀ ਸਰੀ ਪੁਲਿਸ ਯਾਨੀ ਕਿ ਮਿਊਨਿਸਪਲ ਪੁਲਿਸ ਇੱਥੇ ਦੀ ਪੁਲਿਸ ਹੋਏਗੀ। ਸੋ ਦੋਵੇਂ ਪੁਲਿਸਿਸ ਇਕੱਠੇ ਕੰਮ ਕਰ ਰਹੀਆਂ ਨੇ, ਲੇਕਿਨ ਓਵਰਆਲ ਪੂਰਾ ਦਾ ਪੂਰਾ ਕੰਟਰੋਲ ਆਰਸੀਐਮਪੀ ਦਾ ਹੈ। ਸੋ ਕੋਈ ਵੀ ਅਜਿਹੀ ਗੱਲਬਾਤ ਪ੍ਰੈਕਟੀਕਲੀ ਨਜ਼ਰ ਹੀ ਨਹੀਂ ਆ ਰਹੀ ਹੈ। ਹੁਣ ਜਿਹਨੇ ਵੀ ਇਹ ਖਬਰ ਛਾਪੀ ਵਾਸ਼ਿੰਗਟਨ ਪੋਸਟ ਦੇ ਵਿੱਚ, ਉਹਨੇ ਮੈਨੂੰ ਲੱਗਦਾ ਕੁਝ ਚੀਜ਼ਾਂ ਸ਼ਾਇਦ ਥਿਓਰੇਟਿਕਲੀ ਸਮਝ ਲਈਆਂ ਕਿ ਆਪਸ ਦੇ ਵਿੱਚ, ਕਿਉਂਕਿ ਤਕਰਾਰ ਰਹੀ ਹੈ ਪੁਲਿਸਿੰਗ ਨੂੰ ਲੈ ਕੇ, ਲੌਬਿੰਗ ਹੈਵੀ ਲੈਵਲ ਦੀ ਰਹੀ ਹੈ, ਪੋਲਿਟਿਕਸ ਰਹੀ ਹੈ। ਸੋ ਇਸ ਦਾ ਮਤਲਬ ਇਹ ਨਹੀਂ ਕਿ ਜਿਹੜਾ ਗਰਾਊਂਡ ਦੇ ਉੱਤੇ ਪੁਲਿਸ ਕੰਮ ਕਰ ਰਹੀ ਹੈ ਉਹਦੇ ਵਿੱਚ ਵੀ ਕੋਈ ਡਿਫਰੈਂਸਿਸ ਹੈ। ਸੋ ਉੱਥੇ ਬੜੀ ਕਲੈਰਿਟੀ ਹੈਗੀ ਹੈ। 911 ਤੇ ਕਾਲ ਆਉਂਦੀ ਹੈ, ਕਾਲ ਦੇ ਉੱਤੇ ਰਿਸਪੌਂਡ ਕਰਨਾ ਹੁੰਦਾ ਸੰਬੰਧਿਤ ਪੁਲਿਸ ਨੇ, ਵਿੱਚ ਆਰਸੀਐਮਪੀ ਦੇ ਅਫਸਰ ਭਾਵੇਂ ਸਾਰੀ ਪੁਲਿਸ ਦੇ ਆਫੀਸ਼ੀਅਲਸ ਨੂੰ ਭੇਜਣ, ਲੇਕਿਨ ਪਹੁੰਚਣਗੇ ਉੱਥੇ ਮੌਕੇ ਦੇ ਉੱਤੇ ਉਹਨਾਂ ਦੀ ਟੀਮਾਂ। ਸੋ ਕਹਿੰਦੇ ਨੇ 4 ਮਿੰਟ 'ਚ ਅਸੀਂ ਪਹੁੰਚੇ, 20 ਮਿੰਟ ਦੇ ਵਿੱਚ ਪਹੁੰਚਣ ਦੀ ਖਬਰ ਗਲਤ ਹੈ। ਹੋਰ ਬੜੇ ਵੱਡੇ ਕਲੇਮਸ ਕੀਤੇ ਗਏ ਨੇ ਵੀ ਜਿਹੜੇ ਤਕਰੀਬਨ 40 ਦੇ ਆਸ-ਪਾਸ ਹੋਰ ਐਸੇ ਬਿਜ਼ਨੈਸਿਸ ਜਾਂ ਹੋਰ ਜਿਹੜਾ ਐਸਕੇਪ ਰੂਟ ਸੀ, ਹਮਲਾਵਰ ਜਿੱਥੋਂ ਆਏ ਆ, ਜਿੱਧਰੋਂ ਗਏ, ਜੋ ਪੋਸੀਬਲ ਹੈ। ਹੁਣ ਵਾਸ਼ਿੰਗਟਨ ਪੋਸਟ ਹੀ ਦੱਸ ਸਕਦਾ ਵੀ ਉਹਨਾਂ ਨੂੰ ਕਿੱਥੋਂ ਜਾਣਕਾਰੀ ਮਿਲ ਰਹੀ ਹੈ, ਕਿਉਂਕਿ ਇਨਵੈਸਟੀਗੇਟਰਸ ਨੇ ਉਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਹੈ। ਲੈਟਸ ਬੀ ਵੈਰੀ ਕਲੀਅਰ, ਨਾ ਤਾਂ ਆਰਸੀਐਮਪੀ ਨੇ, ਨਾ ਹੀ ਆਈਹਿਟ ਨੇ। ਨੋਬਡੀ ਇਜ਼ ਔਨ ਰਿਕਾਰਡ, ਕਦੇ ਵੀ ਇੱਥੇ ਕੋਈ ਰਿਕਾਰਡ ਤੇ ਨਹੀਂ ਆਉਂਦਾ। ਈਵਨ ਅਦਰਵਾਈਜ਼ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ, ਇਸ ਤਰੀਕੇ ਦੀ ਤਾਂ ਬਿਲਕੁਲ ਨਹੀਂ ਸ਼ੇਅਰ ਕੀਤੀ ਜਾਂਦੀ। ਸੋ ਉਹਨਾਂ ਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਹੈ, ਠੀਕ ਹੈ, ਉਹਨਾਂ ਦੀ ਇਨਵੈਸਟੀਗੇਸ਼ਨ ਮੇ ਬੀ ਪਾਰਟ ਆਫ ਦੇ ਮੇ ਬੀ ਰਾਈਟ, ਲੇਕਿਨ 2 ਇਨੀਸ਼ੀਅਲ ਖਬਰਾਂ ਉਹਨਾਂ ਦੀਆਂ ਗਲਤ ਨੇ, ਫੈਕਚੁਅਲੀ ਇਨਕਰੈਕਟ ਨੇ। ਤੇ ਬਾਕੀ ਹੁਣ ਦੇਖਦੇ ਹਾਂ ਕਿ ਆਈਹਿਟ ਤੇ ਉਸ ਤੇ ਕੀ ਰਿਸਪੌਂਸ ਕਰਦੀ ਹੈ, ਕਿਉਂਕਿ ਜਿਹੜੀ ਗੱਲ ਕਹਿਣੀ ਹੈ ਕਿ ਅਜੇ ਤੱਕ ਇਨਵੈਸਟੀਗੇਟਰ ਪਹੁੰਚੇ ਨਹੀਂ, ਮਤਲਬ ਕਈ 3 ਮਹੀਨੇ ਹੋ ਚੁੱਕੇ ਨੇ ਕਤਲ ਦੀ ਵਾਰਦਾਤ ਤੋਂ ਬਾਅਦ, ਕਿ ਉਹ ਰੂਟ ਤੇ ਜਿੱਥੋਂ ਬੰਦੇ ਆਏ, ਜਿੱਥੋਂ ਭੱਜੇ, ਕਿ ਉਹਨਾਂ ਥਾਂ ਦੇ ਉੱਤੇ ਜਾ ਕੇ ਪੁਲਿਸ ਨੇ ਉਹਨਾਂ ਦੀ ਕੋਈ ਫੁਟੇਜ ਜਾਂ ਨਹੀਂ ਲਈ ਹੋਏਗੀ। ਇਹ ਚੀਜ਼ ਬਹੁਤ ਅਨਰੀਅਲਿਸਟਿਕ ਲੱਗ ਰਹੀ ਹੈ। ਪੋਸੀਬਲ ਹੀ ਨਹੀਂ ਹੈ ਕਿ ਆਈਹਿਟ ਨੇ ਕੰਮ ਨਾ ਕੀਤਾ ਹੋਵੇ। ਜੇ ਕੀਤਾ ਤਾਂ ਬੜੀ ਵੱਡੀ ਕੋਤਾਹੀ ਹੋਏਗੀ, ਤੇ ਜੇ ਨਹੀਂ ਕੀਤਾ ਤਾਂ ਫਿਰ ਮੀਡੀਆ ਹਾਊਸ ਦੀਆਂ ਪਹਿਲੀਆਂ 2 ਖਬਰਾਂ ਜਿਵੇਂ ਗਲਤ ਨਿਕਲੀਆਂ ਨੇ, ਉਵੇਂ ਇਹ ਵੀ ਇਨਫੋਰਮੇਸ਼ਨ ਜੋ ਕਿ ਬੜੀ ਕ੍ਰਿਟੀਕਲ ਹੈ, ਇਨਵੈਸਟੀਗੇਸ਼ਨ ਦੇ ਨਾਲ जुड़ी बड़ी क्रिटिकल इन्फॉर्मेशन है जो कि गलत शायद साबित हुए। वॉशिंगटन पोस्ट के उस रिपोर्ट में कहा गया कि आरसीएमपी को पूछा गया था, लेकिन उन लोगों की तरफ से कोई जवाब नहीं आया। वो अब शाम को आया है। आरसीएमपी ने कहा सानू इन्होंने 24 घंटे दिए थे, बहुत कम टाइम था, साडे कोल इन्ना टाइम नहीं सी, ਅਸੀਂ ਰਿਸਪੌਂਡ ਨਹੀਂ ਕਰ ਪਾਏ, ਇਹਨਾਂ ਨਾਲ ਦੇ ਨਾਲ ਖਬਰ ਛਾਪਤੀ विदाउट वेरीफाइंग। जी जी जी, तो ये उनकी तरफ से ये कहा गया है। हालांकि जो बाकी चीज़ें कही गई हैं, जैसे वो जो 39 बिजनेसेस और घर उस रूट में थे, जिस रूट से जो है ये 2 जो कातिल भागे थे, उसके बारे में इस कॉपी में भी जिक्र है। और इससे पहले भी जो है, जब इस केस के बारे में पहली बार जो है रिपोर्टिंग हुई थी, उसमें भी ये कहा गया था कि लोग भागे थे उनके पीछे या गए थे। सीसीटीवी फुटेज में शायद देखा गया था 2 लोग जा रहे हैं। तो वॉशिंगटन पोस्ट के रिपोर्टर्स ने घर घर जाके पूछा, और ज़्यादातर घरों के लोगों ने ये कहा कि भाई हमसे पुलिस ने कुछ मांगा नहीं है। हो सकता है उन घरों के सामने भी सीसीटीवी फुटेज हो, कैमरा हो, उनके पास हो सकता है। तो ये बड़ा थोड़ा सा डिस्टर्बिंग सा था। दूसरी बड़ी बात जो थी कि 50 गोलियां मारी गई और 34 गोलियां लगी, ये डिटेल भी मुझे पहले नहीं मालूम था। पहली बार वॉशिंगटन पोस्ट के रिपोर्ट में इसका खंडन अभी किया नहीं आरसीएमपी ने। तो बहुत लोग सोशल मीडिया के पे कह रहे हैं कि भाई किसी को अगर जो है, यूजुअली क्या होता है 1-2 गोलियां चलती हैं, यहाँ पे पूरी की पूरी मैगजीन उतार दी गई है। मैगजीन कई मैगजीन और ये अपैरेंटली ਚਲੋ ਖੈਰ ਆਪਾਂ ਹਲੇ ਤਾਂ ਦੱਸ ਨਹੀਂ ਸਕਦੇ ਕਿ ਕੀ ਹੋਇਆ, ਬਿਕੋਜ਼ ਨਾ ਤਾਂ ਸ਼ੂਟਰ ਹੱਥ 'ਚ ਨੇ, ਨਾ ਹਥਿਆਰ ਫੜੇ ਗਏ ਨੇ। ਬਟ ਜਿਵੇਂ ਜੇ ਵਾਸ਼ਿੰਗਟਨ ਪੋਸਟ ਦੇ ਹੁਣ ਖੁਲਾਸਿਆਂ ਤੇ ਐਡਾ ਕ੍ਰੈਡੀਬਲੀ ਯਕੀਨ ਵੀ ਨਹੀਂ ਕੀਤਾ ਜਾ ਸਕਦਾ। ਬਟ ਇਹ ਚੀਜ਼ਾਂ ਤਾਂ ਹੁਣ ਇਨਵੈਸਟੀਗੇਟਰ ਆਈਹਿਟ ਦੱਸੇਗੀ। ਆਰਸੀਐਮਪੀ ਦਾ ਕੰਮ ਕੀ ਹੁੰਦਾ ਹੈ? ਆਰਸੀਐਮਪੀ ਦਾ ਕੰਮ ਹੈ ਵੀ ਇਨਫੋਰਮੇਸ਼ਨ ਮਿਲੀ ਕਿ ਫਲਾਂ ਥਾਂ ਤੇ ਕੋਈ ਵਾਰਦਾਤ ਹੋਈ, ਪਹਿਲਾਂ 911 ਤੇ ਕਾਲ ਗਿਆ, ਟੀਮਾਂ ਪਹੁੰਚ ਗਈਆਂ, ਉੱਥੇ ਉਹਨਾਂ ਨੇ ਦੇਖਿਆ ਕਿ ਕੋਈ ਵੀ ਵਿਅਕਤੀ, ਉਹਨੂੰ ਗੋਲੀਆਂ ਵੱਜੀਆਂ, ਫੱਟੜ ਹੈ, ਉਹਨੂੰ ਹਸਪਤਾਲ ਪਹੁੰਚਾਓ, ਨਾਲ ਦੇ ਨਾਲ ਸਾਰਾ ਸਿਸਟਮ ਐਕਟੀਵੇਟ ਹੋ ਜਾਂਦਾ ਹੈ। ਲੇਕਿਨ ਜੇ ਮੌਤ ਹੋ ਜਾਏ, ਡੈਥ ਹੋ ਜਾਏ, ਹੋਮਿਸਾਈਡ, ਫਰਟਿਲਿਟੀ ਹੋ ਗਈ, ਤਾਂ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਆਈਹਿਟ ਟੇਕ ਓਵਰ ਕਰ ਲੈਂਦਾ ਹੈ। ਫਰੋਮ ਦੈਟ ਟਾਈਮ ਔਨਵਰਡਸ ਆਈਹਿਟ ਨੇ ਪੂਰੀ ਜਾਂਚ ਕੀਤੀ ਹੈ। ਸੋ ਆਈਹਿਟ ਵਿਲ ਬੀ ਏਬਲ ਟੂ ਟੈਲ ਕਿ ਕਿੰਨੀਆਂ ਗੋਲੀਆਂ ਵੱਜੀਆਂ। ਪੋਸਟਮਾਰਟਮ ਰਿਪੋਰਟ ਦੇ ਵੇਰਵੇ ਕਦੀ ਆਉਂਦੇ ਨੇ, ਪਬਲਿਕ ਨਹੀਂ ਆਉਂਦੇ। ਕੋਰਟ ਦੇ ਟ੍ਰਾਇਲ ਦੀ ਸਟੇਜ ਦੇ ਉੱਤੇ ਬਹੁਤ ਸੀ ਚੀਜ਼ਾਂ ਹੁੰਦੀਆਂ। ਸੀਨ ਆਫ ਕ੍ਰਾਈਮ, ਇੱਥੇ ਮੈਂ ਜਿਹੜਾ ਸਿਸਟਮ ਸਟੱਡੀ ਕੀਤਾ ਹੈ ਕਿ ਸੀਨ ਆਫ ਕ੍ਰਾਈਮ ਦੇ ਨਾਲ ਜੁੜੀਆਂ ਬਹੁਤ ਸੀ ਚੀਜ਼ਾਂ ਉਹਨੂੰ ਸੀਕ੍ਰੇਟ ਰੱਖਿਆ ਜਾਂਦਾ ਹੈ। ਉਹਦਾ ਰੀਜ਼ਨ ਇਹ ਹੁੰਦਾ, ਬਾਅਦ ਦੇ ਵਿੱਚ ਜਿਹੜੇ ਜਿਹੜੇ ਅਕਿਊਜ਼ਡ ਹੁੰਦੇ ਨੇ, ਉਹ ਕੋਰਟਾਂ ਦੇ ਵਿੱਚ ਉਸ ਇਨਫੋਰਮੇਸ਼ਨ ਦੀ ਵਰਤੋਂ ਕਰ ਸਕਦੇ ਨੇ। ਪਬਲਿਕ ਡੋਮੇਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ, ਉਸ ਨੂੰ ਕੋਰਟਾਂ ਦੇ ਵਿੱਚ ਇੱਕ ਡਿਫੈਂਸ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਇਸ ਚੀਜ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੀਨ ਆਫ ਕ੍ਰਾਈਮ ਦਾ ਜਿਹੜਾ ਇਨਵੈਸਟੀਗੇਸ਼ਨ ਹੁੰਦੀ ਹੈ, ਉਹ ਬਹੁਤ ਹੀ ਸੈਕਰੋਸੈਂਕਟ ਮੰਨੀ ਜਾਂਦੀ ਹੈ। ਉਹ ਖੁਲਾਸੇ ਅਦਾਲਤਾਂ ਦੇ ਵਿੱਚ ਹੋਣਗੇ ਜਦੋਂ ਟ੍ਰਾਇਲ ਦੀ ਸਟੇਜ ਆਏਗੀ, ਬਟ ਨਾਟ ਬਿਫੋਰ ਮੀਡੀਆ।
ਕਈ ਵਾਰ ਤਾਂ ਨਾਂ ਤੱਕ ਨਹੀਂ ਦੱਸੇ ਜਾਂਦੇ ਵਿਕਟਮਸ ਦੇ, ਈਵਨ ਜਿਹੜੇ ਲੋਕ ਫੜੇ ਜਾਂਦੇ ਨੇ ਅਕਿਊਜ਼ਡ। ਆਈ ਮੀਨ ਇਟ ਡਿਪੈਂਡਸ ਕਿ ਜਦ ਤੁਸੀਂ ਚਾਰजेस ਪ੍ਰੈਸ ਕਰਦੇ ਹੋ। ਸੋ ਬਹੁਤ ਸੀ ਚੀਜ਼ਾਂ ਹੈਗੀਆਂ ਨੇ। ਸੋ ਜਿਵੇਂ ਜੋ ਇਹ ਅਕਾਊਂਟ ਆ ਰਹੇ ਨੇ 34 ਗੋਲੀਆਂ 50 ਚਲੀਆਂ, so within which months it was automatic, fully automatic weapon, semi automatic weapons, and within very less time you were able to total ਜਿਹਨੂੰ burst mode ਤੇ ਲਗਾ ਕੇ ਪੂਰੇ ਦੇ ਪੂਰੇ ਮੈਗਜ਼ੀਨ ਖਾਲੀ ਹੋ ਗਏ ਤੇ ਗੋਲੀਆਂ ਫਿਰ ਅੰਨ੍ਹੇਵਾਹ ਚਲਾਈਆਂ ਗਈਆਂ। ਸੋ ਮਤਲਬ ਜੋ ਇਹ ਹੈਗਾ ਨਾ, ਬਟ ਵੀ ਡੋਂਟ ਨੋ ਹਾਊ ਟੂ ਰਿਲਾਈ ਔਨ ਦਿਸ ਇਨਫੋਰਮੇਸ਼ਨ, ਕਿਉਂਕਿ ਇਨਵੈਸਟੀਗੇਟਰਸ ਦੇ ਜ਼ਰੀਏ ਆਵੇ ਫਿਰ ਗੱਲ ਹੋਰ ਹੁੰਦੀ ਹੈ। ਅਨਲਾਈਕ ਇੰਡੀਆ, ਇੱਥੇ ਹਰ ਚੀਜ਼ ਬਹੁਤ ਹੀ ਆਹਿਸਤਾ ਆਹਿਸਤਾ ਕਰਕੇ ਇਨਫੋਰਮੇਸ਼ਨ ਡੋਮੇਨ 'ਚ ਆਉਂਦੀ ਹੈ। ਹੁਣ ਜਿਵੇਂ ਪਹਿਲੀ ਇਨਫੋਰਮੇਸ਼ਨ ਆਈ ਤੇ ਨਾਲ ਦੇ ਨਾਲ ਉਹਦੇ ਡਿਨਾਇਲ ਆਉਣੇ ਸ਼ੁਰੂ ਹੋ ਗਏ। ਆਰਸੀਐਮਪੀ ਨੇ ਤਾਂ ਡਿਨਾਈ ਕਰਤਾ ਵੀ ਤੁਹਾਡੇ ਫੈਕਚੁਅਲ 2 ਅਕਾਊਂਟ ਹੀ ਗਲਤ ਹੋ ਗਏ। ਤੁਸੀਂ ਕਹਿ ਰਹੇ ਵੀ ਜੁਰਿਸਡਿਕਸ਼ਨ ਦਾ ਰੌਲਾ ਹੈ, ਉਹ ਵੀ ਨਹੀਂ ਹੈਗਾ। ਤੁਸੀਂ ਕਹਿ ਰਹੇ ਹੋ 20 ਮਿੰਟ ਬਾਅਦ ਪਹੁੰਚੇ, 4 ਮਿੰਟ ਬਾਅਦ ਪਹੁੰਚ ਕੇ। ਸੋ ਇਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਦੀਆਂ ਗੱਲਾਂ ਬਾਤਾਂ ਨੇ। ਸੋ आई थिंक वी हैव टू टेक दिस रिपोर्ट विद अ लॉट ऑफ कॉशन। तो ये जो डिटेल जो दिए गए, ये 2 लोगों को कोट किया गया है जो गुरुद्वारे के साथ जुड़े हुए हैं, और हो सकता है कि बड़े इमोशनल हो गए हों कि उन्होंने कहा कि 12 से 20 मिनट के बीच पुलिस आई, पहला दस्ता आया, उसके बाद जो है कॉल करने के बाद इतना टाइम लग गया। और दूसरा जो उन लोगों ने बोला कि जुरिस्डिक्शनल इशू था, ये भी सोर्सेस के हवाले से बताया गया है। तो हो सकता है कि एक मिस इन्फॉर्मेशन फैलाया गया है, या बहुत लोग ਆਰਸੀਐਮਪੀ ਨੇ ਕਿਹਾ ਮਿਸ ਇਨਫੋਰਮੇਸ਼ਨ। ਇਹ ਟਰੈਕ ਰਿਕਾਰਡ ਦੀ ਲੌਗਸ ਦੀ ਗੱਲ ਹੁੰਦੀ ਹੈ। ਲੌਗਸ ਦੇ ਉੱਤੇ ਆ ਜਾਂਦਾ ਹੈ ਵੀ ਕਿੰਨੇ ਵਜੇ ਕਾਲ ਗਈ, ਕਿੰਨੇ ਵਜੇ ਉੱਥੇ ਟੀਮਾਂ ਪਹੁੰਚੀਆਂ। ਨਾਲ ਦੇ ਨਾਲ ਇਹ ਸਾਰੀ ਚੀਜ਼ਾਂ ਦੇ ਆਰ ਸਬਜੈਕਟ ਟੂ ਇਨਵੈਸਟੀਗੇਸ਼ਨ। ਐਵੇਂ ਨਹੀਂ ਹੈ ਕਿ ਆਰਸੀਐਮਪੀ ਆਪਣੀ ਖਾਨਾ ਪੂਰਤੀ ਕਰਨ ਲਈ ਜਾਂ ਆਪਣੇ ਤੇ ਪਰਦਾ ਪਾਉਣ ਲਈ ਖਬਰ ਨੂੰ ਡਿਨਾਈ ਕਰੇਗੀ। ਠੀਕ ਹੈ ਨਾ। ਸੋ ਉਹ ਠੀਕ ਹੈ ਕਿ ਟਾਈਮ ਦਾ ਵੇਰਵਾ ਗੜਬੜ ਹੋ ਸਕਦੀ। ਸਾਨੂੰ ਕੋਈ ਚੀਜ਼ 5 ਮਿੰਟ ਲੱਗ ਰਹੀ ਹੈ, 10 ਮਿੰਟ ਲੱਗ ਰਹੀ ਹੈ। ਇੱਕ ਲੇਮੈਨ ਦੀ ਇੰਟਰਪ੍ਰੀਟੇਸ਼ਨ ਕਿੰਨੀ ਦੇਰ 'ਚ ਪੁਲਿਸ ਨੇ ਰਿਸਪੌਂਡ ਕੀਤਾ ਤੇ ਇੱਕ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਉਹਦੇ 'ਚ ਫਰਕ ਹੋ ਸਕਦਾ ਹੈ। ਸੋ ਮੇਬੀ ਪੈਨਿਕ ਦੀ ਇੱਕ ਟਰਾਮਾ ਦੀ ਸਟੇਜ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਪਰਿਸਰ ਦੇ ਵਿੱਚ ਗੋਲੀਆਂ ਚੱਲ ਗਈਆਂ, ਪ੍ਰਧਾਨ ਨੂੰ ਮਾਰਤਾ ਗਿਆ। ਸੋ ਉਸ ਸਟੇਜ ਦੇ ਵਿੱਚ ਕੌਣ ਕਿਵੇਂ ਉਸ ਨੂੰ ਆਬਜ਼ਰਵ ਕਰ ਰਿਹਾ ਹੈ। ਕਈਆਂ ਸੁਣੀਆਂ ਗੱਲਾਂ ਬਹੁਤ ਹੁੰਦੀਆਂ ਨੇ। ਲੋਕਾਂ ਨੇ ਗੱਲ ਕਰਤੀ, ਕਿਸ ਨੇ ਇਹ ਕਹਿਤਾ ਜੀ ਹਾਂ ਇਹ ਵੀ ਸੀ, ਉਹ ਵੀ ਸੀ। ਬਹੁਤ ਸੀ ਚੀਜ਼ਾਂ ਹੁੰਦੀਆਂ, ਲੇਕਿਨ ਸਭ ਚੀਜ਼ ਨੂੰ ਕੁਆਂਟੀਫਾਈ ਕਰਨਾ ਪੈਂਦਾ ਵੀ ਕੌਣ ਸਹੀ ਦੱਸ ਰਿਹਾ, ਕੌਣ ਨਹੀਂ ਦੱਸ ਰਿਹਾ, ਕਿਸ ਨੂੰ ਕਿੰਨਾ ਕੁ ਰੀਕਾਲ ਹੈਗਾ, ਕਿਸ ਨੇ ਕਿਸ ਨੂੰ ਦੇਖ ਲਿਆ। ਗੱਡੀ ਵਾਕਈ ਹਮਲਾਵਰਾਂ ਦੀ ਗੱਡੀ ਸੀ, ਕੋਈ ਹੋਰ ਗੱਡੀ ਸੀ, ਬਲੌਕ ਕਰ ਰਹੀ ਸੀ, ਇਹ ਵਿੱਚ ਅੜ ਗਈ ਗੱਡੀ, ਇਹ ਜਾਣਬੁੱਝ ਕੇ ਰੋਕੀ ਗਈ। ਸੋ ਬਹੁਤ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਜੇ ਕਲੀਅਰ ਹੋਣਗੀਆਂ ਵੀ ਤਾਂ ਮੇਬੀ देयर आर सर्टेन रीजंस व्हाई दे आर बीइंग विदहोल्ड हजे। क्योंकि कैनेडियन आउटलेट ने रिपोर्ट नहीं किया, ये वॉशिंगटन पोस्ट ने किया नहीं। हाँ, ये भी हैरानी की गल है। किसी कैनेडियन आउटलेट को मिला नहीं। तो क्योंकि अब आई हिट की तरफ से भी जो है क्लियरली कभी कुछ बोला नहीं गया है। आपने भी वो प्रेस लेकिन इस अटेंड केस किया ਦੇ ਵਿੱਚ ਉਹਨਾਂ ਦੀ ਕਲੈਰੀਫਿਕੇਸ਼ਨ ਆਮ ਐਕਸਪੈਕਟਿੰਗ ਕਿ ਜਦ ਤੱਕ ਆਪਣਾ ਵੀਡੀਓ ਚੱਲੇਗਾ ਤਦ ਤੱਕ ਉਹ ਆ ਚੁੱਕੀ ਹੋਏਗੀ। ਔਰ ਦੇ ਸ਼ੁੱਡ ਬੀ, ਬਿਕੋਜ਼ ਇਹ ਬਹੁਤ ਵੱਡਾ ਸੀਰੀਅਸ ਐਲੀਗੇਸ਼ਨ ਹੈ ਕਿ ਜੇ ਤੁਸੀਂ ਅਜੇ 39 ਅਜਿਹੇ ਐਸਟੈਬਲਿਸ਼ਮੈਂਟਸ ਜਿਹੜੀਆਂ ਕਿ ਦੁਕਾਨਾਂ ਜਾਂ ਕੋਈ ਲੋਕਾਂ ਦੇ ਘਰ ਸੀ ਜਿੱਥੇ ਕਿ ਸੀਸੀਟੀਵੀ ਕੈਮਰਾਜ਼ ਹੁੰਦੇ ਨੇ, ਜੇ ਤੁਸੀਂ ਉੱਥੇ ਗਏ ਨਹੀਂ ਹੋ, ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਹੈ, ਫਿਰ ਤੁਹਾਡੀ ਕੀ ਇਨਵੈਸਟੀਗੇਸ਼ਨ ਹੈ, ਵਿਚ ਇਜ਼ ਵੈਰੀ ਹਾਈਲੀ ਅਨਲਾਈਕਲੀ। ਸੋ ਆਈ ਡੋਂਟ ਨੋ ਕਿ ਇਹ ਅਖਬਾਰਾਂ ਨੇ, पत्रकारों ने कितों इन्फॉर्मेशन ली, बट वी विल हैव टू सी। क्योंकि बहुत क्लैरिटी नहीं आ रही है। और आई हिट के प्रेसर्स में भी पहले जब पूछा गया था क्या एक इंटरफेरेंस है, फॉरेन इंटरफेरेंस, उस टाइम पे भी उन लोगों ने कुछ बोला नहीं था। बहुत टाइम बाद एक टोयोटा कैमरी सिल्वर कलर की, उसका एक फ़ोटो उन्होंने जारी किया, फिर भी किलर्स के आइडेंटिटी के बारे में कुछ नहीं बोला गया। तो इससे क्या आपको लगता है कि एक फ्रस्ट्रेशन भी बिल्ड हो रहा है गुरुद्वारा से रिलेटेड लोगों को के बीच में, जिस वजह से भी जो है वो ये बात कर रहे हैं इस तरह से, जो है कोर्ट्स गए हैं वॉशिंगटन पोस्ट के रिपोर्ट में। तो क्या ये वजह भी हो सकती है कि एक सेंस ऑफ फ्रस्ट्रेशन हो रहा है? हाँ, वो भी होएगा क्योंकि टाइम काफ़ी हो गया। 3.5 ਮਹੀਨੇ ਹੋਣ ਵਾਲੇ ਹੋ ਗਏ ਨੇ ਇਸ ਵਾਰਦਾਤ ਨੂੰ, 3.25 ਮਹੀਨੇ ਹੋ ਚੁੱਕੇ ਨੇ। 18 ਜੂਨ ਦੀ ਘਟਨਾ ਹੈ। ਸੋ ਕਮਿਊਨਿਟੀ ਦੇ ਵਿੱਚ ਤਾਂ ਇੱਕ ਵੱਖਰਾ ਹੁੰਦਾ ਵੀ ਕਰੋ। ऑन द टॉप ऑफ इट हुणे मामला एडा पॉलिटिसाइज हो गया, पॉलिटिसाइज की ग्लोबलाइज हो चुका है। इट इज़ नॉट एन लोकल इशू, इट इज़ सरी का मसला नहीं है, BC का मसला नहीं है, कैनेडा का मसला भी नहीं है। तो हुण पूरा का पूरा जियो पॉलिटिक्स इस दे आस पास घूमती पई है। तो आप सब कुछ देख ही रहे हैं भी की किस्म की गल्लां बातां ने इंडिया दे विच, किस किस्म की इन्फॉर्मेशन, मिसइन्फॉर्मेशन, डिसइन्फॉर्मेशन। ईवन इत्थे आई मीन टुडे अज तक वॉशिंगटन पोस्ट ਨੂੰ मिसइन्फॉर्म्ड पीस दसता RCMP ने, विच मीनस दैट दिस वॉरफेयर इज स्लाइटली डिफरेंट। हुण जियो पॉलिटिक्स भी बहुत प्ले ते है। कोई भी चीज़ जी आप देखो, कोई चीज़ देखते हैं अखां दे सामने, कोई चीज़ देखी, उसनूं इंटरप्रैट किया, एनालाइज किया, तो आप पब्लिक डोमेन दे विच लिआए, ਉਹਦੇ ਉੱਤੇ ਲੋਕ अलग अलग अपने अपने नज़रिए तो रिएक्ट करते हैं। डिपेंड करता भी तुसी किस विचारधारा दे हो। जे तुसी प्रो इंडिया सोच रखते हो, तुसी प्रो खालिस्तान सोच रखते हो, तुसी फिर उन्होंने उवें इंटरप्रैट करने शुरू कर देंगे। लोगों की मैं गल कर रहा। सो जिहड़ी भी चीज़ पब्लिक डोमेन दे विच आई, कोशिश तो यही होंगी ना जर्नलिस्टां दी भी तुसी इन्फॉर्मेशन लैके आओ। हुण कोई फैक्ट जरूरी नहीं कि सब नूं सूट करते हो, कोई फैक्ट किसी नूं सूट कर रहा है, कोई फैक्ट किसी होर नूं सूट कर रहा है। सो लोग अपने अपने हिसाब नाल वेखते हैं। सो दैट इज़ वेरी मच हुण इत्थे एक इन्फॉर्मेशन का बड़ा वड्डा रोल है। एंड राइट नाउ मतलब पूरी की पूरी लड़ाई में लगता है मोर ऑफ एन इन्फॉर्मेशन वॉर, मोर दैन, बिकॉज चीज़ां हाले उन्ने खुलासे नहीं हो पाए जिन्ने एक इंसिनुएशंस या इंटरप्रटेशंस
ਨਜ਼ਰੀਏ ਸਾਹਮਣੇ ਆ ਚੁੱਕੇ ਨੇ, ਥਿਓਰੀਜ਼ ਤਾਂ ਖੈਰ ਆ ਹੀ ਚੁੱਕੀਆਂ ਨੇ, ਐਂਡ ਦ ਬਿਗ ਕੌਂਸਪੀਰੇਸੀ ਥਿਓਰੀਜ਼ ਤਾਂ ਹੈ ਹੀ ਨੇ। ਆਈ ਮੀਨ ਰਾਈਟ ਫਰੋਮ ਦ ਬਿਗ, ਤਾਂ ਸਭ ਤੋਂ ਵੱਡੀ ਤਾਂ ਕੌਂਸਪੀਰੇਸੀ ਹੈ ਇੰਟਰਨੈਸ਼ਨਲ ਭਾਰਤ ਵੱਲੋਂ ਕਰਵਾਈ ਗਈ ਇੱਕ ਵਾਰਦਾਤ ਦਾ ਐਡਾ ਵੱਡਾ ਖੁਲਾਸਾ, ਐਡਾ ਵੱਡਾ ਇਲਜ਼ਾਮ ਜਿਹੜਾ ਲੱਗ ਜਾਂਦਾ, ਉਸ ਤੋਂ ਬਾਅਦ ਇਟਸ ਅ ਹਿਊਜ ਇਨਫॉर्मेशन वॉरफेयर दैट्स ऑन। हाँ, जो मीडिया ड्रिप जो कहते हैं कि इनफॉर्मली कि मीडिया के ज़रिए चीज़ों को जो है लीक कराना, वो हमने सीबीसी के उस रिपोर्ट में उस दिन देख लिया कि शायद गवर्नमेंट अथॉरिटीज़ नहीं आई डोंट नो, बोल मे रही बी दिस वाशिंगटन पोस्ट में आल्सो बी जस्ट एन एफर्ट, क्योंकि ਤੁਸੀਂ ਸਿਲੈਕਟਿਵ ਲੀਕਸ ਦੇ ਰਹੇ ਹੋ, ਆਪਣੇ ਆਪਣੇ ਹਿਸਾਬ ਦੇ ਨਾਲ ਨੈਰੇਟਿਵਸ ਪੈਡਲ ਹੋ ਰਹੇ ਨੇ। ਕੈਨੇਡੀਅਨ ਮੀਡੀਆ ਨੂੰ ਕੈਨੇਡੀਅਨ ਅਥਾਰਟੀਜ਼ ਦੇ ਰਹੀਆਂ ਨੇ, ਭਾਰਤੀ ਮੀਡੀਆ ਤੁਹਾਨੂੰ ਪਤਾ ਹੀ ਹੈ ਉੱਥੇ ਤਾਂ उधर तो हाइपर ड्राइव पे चले ਉੱਥੇ ਸਭ ਤੋਂ ਵੱਡੀ ਗੱਲ ਹੈ ਸੋਰਸਿਸ ਦੀ ਲੋੜ ਹੀ ਨਹੀਂ ਹੁੰਦੀ। ਉੱਥੇ ਐਡੇ ਕਿ ਐਨਾਲਿਟਸ ਜਿਵੇਂ ਸਾਨੂੰ ਵੀ ਲੋਕ ਕਈ ਵਾਰ ਕਹਿ ਦਿੰਦੇ ਨੇ ਨਾ ਵੀ ਬੁੱਧੀਜੀਵੀ ਬੈਠੇ ਨੇ, ਉਹਨਾਂ ਨੂੰ ਕੋਈ ਦਲੀਲ ਦੀ, ਕੋਈ ਸਬੂਤ ਦੀ, ਕੋਈ ਸੁਰਾਗ ਦੀ, ਕਿਸੇ ਚੀਜ਼ ਦੀ ਲੋੜ नहीं, उन्होंने अपनी थ्योरियां बना देनी है। मैंने तो एक ब्रॉडकास्ट में देखा किसी इंडियन एनालिस्ट ने जाके बोला है कि भाई 10 इंडियन सबमरीन्स भेज देंगे, न्यूक कर देंगे, हाँ, तो जबकि हिंदुस्तान के टोटल 16 ही सबमरीन है, तो 10 आप कनाडा भेजेंगे तो बाकी क्या करेंगे। तो इस किस्म का जो है मिस इन्फॉर्मेशन फैल रहा है। लेकिन यहाँ पे एक चीज़ ज़रूर है कि जैसे टर्की ने भी जमाल खशोगी के केस में ऐसे मीडिया ड्रिप करना शुरू कर दिया था, धीरे धीरे जो है, और सऊदी अरेबिया को डिस्क्रेडिट कर दिया। फिर अल्टीमेटली जो है सबको मालूम हो गया कि भाई सऊदी हाथ तो था इसमें जो ये किया था। तो ये लग रहा है कि शायद कनाडा भी अब ऐसी ही कोशिश में लगा हुआ है कि एक धीरे धीरे जो है पत्ते खोलेंगे या फिर मीडिया के जरिए लीक्स कराएंगे। नॉट लीक्स, बट ਮੈਨੂੰ ਲੱਗਦਾ ਵੀ ਕੈਨੇਡਾ ਸ਼ੁੱਡ ਹੈਵ ਅ ਵੈਰੀ ਕ੍ਰੈਡੀਬਲ ਇਨਫੋਰਮੇਸ਼ਨ ਆਲਸੋ। ਦ ਲਾਈਕਲੀਹੁੱਡ ਕਿ ਵੀ ਉਹਨਾਂ ਦੇ ਇਨਵੈਸਟੀਗੇਟਰਸ ਨੇ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਕੁਝ ਕੱਢ ਰੱਖਿਆ ਹੋਵੇ, ਇਹ ਗੱਲ ਅਕਸਰ ਸਾਨੂੰ ਨਹੀਂ ਪਤਾ, ਵੀ ਡੋਂਟ ਨੋ, ਬਟ ਮੇਬੀ ਦੇਰ ਇਜ਼ ਲੋਟ ਮੋਰ ਬਿਹਾਈਂਡ ਦ ਸੀਨਸ, ਜਿਹੜੀਆਂ ਕਿ ਚੀਜ਼ਾਂ ਜੋ ਕਹਿ ਰਹੇ ਨੇ ਕਿ ਅਸੀਂ ਇੰਡੀਆ ਦੇ ਨਾਲ ਸ਼ੇਅਰ ਕੀਤੀਆਂ, ਲੇਕਿਨ ਇੰਡੀਆ ਮੰਨ ਨਹੀਂ ਰਿਹਾ। ਸੋ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਹੈਲਪ ਕਰੋ। ਆਪਾਂ ਕਈ ਵਾਰ ਕੁਐਸਚਨ ਵੀ ਖੜਾ ਕੀਤਾ ਵੀ ਜਿਹੜੇ ਏਜੰਸੀ ਹੈ, ਜਿਹੜੇ ਮੁਲਕ ਦੇ ਉੱਤੇ ਤੁਸੀਂ ਇਲਜ਼ਾਮ ਲਾ ਰਹੇ ਹੋ, ਤੁਹਾਨੂੰ ਕਿਉਂ ਕੋਲੈਬੋਰੇਟ ਕਰੇ, ਬਟ ਉਹਦੀ ਐਕਸਪਲੇਨੇਸ਼ਨ ਕਿਤੇ ਕਿਤੇ ਜੇ ਹੈ ਤਾਂ ਸਮਝ ਇਹ ਆਉਂਦੀ ਹੈ ਕਿ ਹਲੇ ਉਹ ਮੌਕਾ ਦੇ ਰਹੇ ਨੇ ਵੀ ਇੰਡੀਆ ਮੰਨੇ ਜਾਂ ਚੀਜ਼ਾਂ ਨੂੰ ਕਰੈਕਟ ਕਰੇ, ਜਾਂ ਜੋ ਵੀ ਹੈ ਉਹ ਚੀਜ਼ਾਂ ਨੂੰ ਮਤਲਬ ਸਾਨੂੰ ਸਮਝਾਏ, ਹੈਲਪ ਅਸ ਐਕਸਪਲੇਨ ਕਿ ਕੀ ਹੋਇਆ, ਤੁਹਾਡਾ ਕਿੰਨਾ ਕੁ ਰੋਲ ਹੈ, ਕੀ ਤੁਹਾਡੇ ਕੁਝ ਰੋਗ ਐਲੀਮੈਂਟਸ ਹੈਗੇ ਨੇ ਜੋ ਆਰ ਐਕਟਿਵ, ਜਿਨ੍ਹਾਂ ਨੇ ਪਾਰਟ ਪਲੇ ਕੀਤਾ, ਡੂ ਯੂ ਓਨ ਦੈਮ, ਡੂ ਯੂ ਡਿਸਓਨ ਦੈਮ। ਇਹ ਸਾਰੀ ਦੀ ਸਾਰੀ ਸਥਿਤੀਆਂ ਨੂੰ ਦਾ ਜਵਾਬ ਲੈਣ ਲਈ ਮੈਨੂੰ ਲੱਗਦਾ ਹੈ ਇਹ ਐਲੀਗੇਸ਼ਨ ਸਟੇਜ ਦੇ ਉੱਤੇ ਗੱਲਬਾਤ ਆਈ ਹੈ। ਤੇ ਜੇ ਵਾਕਈ ਐਲੀਗੇਸ਼ਨ ਹੀ ਨੇ ਸਿਰਫ, ਤਾਂ ਫਿਰ ਮੈਨੂੰ ਲੱਗਦਾ ਬਹੁਤ ਹੀ ਇੱਕ ਡੇਂਜਰਸ ਗੱਲ ਹੈ। ਲੇਕਿਨ ਹੁਣ ਜੋ ਗੱਲਾਂ ਬਾਤਾਂ ਸਮਝ ਆ ਰਹੀਆਂ ਨੇ, is it a possibility कि investigators in Canada have much more than what is being shared या publicly being discussed? So let's see. I mean, it is a very dicey hypothesis right now. मतलब तो कुछ भी कहना जोखिम ਭਰਿਆ ਹੈ, ਕਿਉਂਕਿ ਨੈਰੇਟਿਵ ਨੂੰ ਤਾਂ ਹਰ ਚੀਜ਼ ਸੂਟ ਕਰ ਜਾਂਦੀ ਹੈ, ਤੁਸੀਂ ਢੋਲ ਵਜਾਣਾ, ਲੇਕਿਨ ਜੇ ਜ਼ਿੰਮੇਵਾਰੀ ਦੇ ਨਾਲ ਕੋਈ ਗੱਲ ਕਰਨੀ ਹੈ, ਜਿਹੜੀ ਕਿ ਚੀਜ਼ ਫਿਊਚਰ ਦੇ ਵਿੱਚ ਵੀ ਇੱਕ ਰੈਫਰੈਂਸ ਪੁਆਇੰਟ ਰਹੇ, ਆਈ ਡੋਂਟ ਵਾਂਟ, ਜਾਂ ਆਪਾਂ ਨਹੀਂ ਚਾਹੁੰਦੇ ਕਿ ਆਪਣੇ ਇਸ ਮੰਚ ਤੋਂ ਆਪਾਂ ਉਵੇਂ ਦੀ ਗੱਲਾਂ ਬਾਤਾਂ ਕਰੀਏ ਜਿਵੇਂ ਜਿਨ੍ਹਾਂ ਉੱਤੇ ਫਿਰ ਸਾਨੂੰ ਵੀਡੀਓ ਬਣਾਉਣੇ ਕਈ ਵਾਰ ਪਏ ਨੇ, ਹੈ ਨਾ। ਸੋ ਵੀ ਡੋਂਟ ਵਾਂਟ ਟੂ ਜਸਟ ਜੰਪ ਦ ਗਨ। ਸੋ ਜਿਹੜੀ ਚੀਜ਼ ਜਿਵੇਂ ਆ ਰਹੀ ਆਪਾਂ ਉਸ ਨੂੰ ਉਵੇਂ ਲੈ ਰਹੇ ਹਾਂ, then we'll discuss it। हाँ, मेरा आखिरी सवाल जाते जाते कि इंडिया के एक्सटर्नल अफेयर्स मिनिस्टर एस जयशंकर ने प्रेस में बोला है अमेरिका में, हाँ, पहले तो बोला कि भाई वेस्ट जो है पहले जैसे डिक्टेट करता था बाकी देशों को, अब ये कर नहीं सकता। तो ये एक किस्म का जो है एक कनाडा का नाम लिए बगैर एक सिग्नल दिया जा रहा है। दूसरा ये उनको स्पेसिफिकली पूछा गया कि कनाडा ने क्या आपके साथ वो इंटेलिजेंस शेयर किया था, उनको 3-4 बार पूछा गया, उन्होंने कोई क्लियर जवाब नहीं दिया। आपको क्या लग रहा है, ये मतलब क्या एक इतना कॉम्बैटिव एक्सटर्नल अफेयर्स मिनिस्टर वहाँ पे एक क्लियर जवाब नहीं दे पा रहा है, इसका क्या मतलब हम निकालें? मतलब ये है कि देखो, इंडिया इज़ मोर इनटू ਪੋਸਚਰਿੰਗ। ਆਪਾਂ ਆਪਣੇ ਆਪ ਨੂੰ ਜਦੋਂ ਗਲੋਬਲੀ ਪੋਸਚਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਿਯੋਂਡ ਦੈਟ ਕਿ ਤੁਸੀਂ ਕਿੰਨੇ ਕੁ ਕਮਿਟਡ ਹੋ, ਜਾਂ ਤੁਸੀਂ ਵਾਕਈ ਡੂ ਯੂ ਵਾਂਟ ਟੂ ਰੀਅਲੀ ਗੈਟ ਟੂ ਦ ਬਾਟਮ ਆਫ ਦੈਟ। ਕਿਉਂਕਿ ਕੁਦਰਤੀ ਗੱਲ ਹੈ ਵੀ ਸ਼ੁਰੂਆਤ ਹੀ ਇਸ ਲੈਵਲ ਤੋਂ ਹੋਗੀ। ਇੱਕ ਤਾਂ ਹੁੰਦਾ ਨਾ ਵੀ ਆਪਣੇ ਵਿੱਚ ਹੁਣ ਠੀਕ ਹੈ, ਉੱਥੇ ਕੈਨੇਡਾ ਮੇ ਬੀ ਰਾਈਟ ਕਿ ਅਸੀਂ ਤੁਹਾਨੂੰ 2 ਮਹੀਨੇ ਦਿੱਤੇ, ਸਾਡੇ ਉੱਥੇ ਸਿਕਿਉਰਿਟੀ ਐਡਵਾਈਜ਼ਰ ਗਏ, ਸੀਸੀਐਸ ਹੈੱਡ ਗਏ, ਇੰਡੀਆ ਦੇ ਦੌਰੇ ਕਰਕੇ ਆਏ, ਉੱਥੇ ਸਮਝਾਇਆ, ਦਿਖਾਇਆ ਹੋਣਾ ਜੋ ਵੀ ਇਹਨਾਂ ਕੋਲ ਪ੍ਰੂਫ ਜੇ ਹੈ ਨਹੀਂ ਹੈ, ਵਟਐਵਰ ਇਟ ਇਜ਼, ਜੋ ਵੀ ਇਹਨਾਂ ਨੇ। ਉਸ ਤੋਂ ਬਾਅਦ ਇੰਡੀਆ ਮੰਨਿਆ ਨਹੀਂ। ਹੁਣ ਜੇ ਤਾਂ ਇਹ ਪ੍ਰੂਫ ਦਿਖਾਇਆ ਤੇ ਇੰਡੀਆ ਮੰਨ ਨਹੀਂ ਰਿਹਾ, ਫਿਰ ਤਾਂ ਇੰਡੀਆ ਦੇ ਪਾਰਟ ਦੇ ਉੱਤੇ ਇੱਕ ਗਲਤ ਗੱਲ ਹੈ, ਕਿਉਂਕਿ ਦੇ ਸ਼ੁੱਡ ਬੀ ਫੇਅਰ। ਠੀਕ ਹੈ, ਇੱਕ ਨੋ ਮਿਸਟੇਕ ਸਿੰਡਰੋਮ ਹੁੰਦਾ ਹੀ ਹੈ, ਅਸੀਂ ਕਦੇ ਓਨ ਨਹੀਂ ਕਰਦੇ ਇਸ ਤਰੀਕੇ ਦੇ ਸਾਬੋਟਾਜ ਆਪਰੇਸ਼ਨਸ। ਇੰਡੀਆ ਕਦੇ ਵੀ ਕੋਈ ਓਨ ਨਹੀਂ ਕਰੇ, ਕੋਈ ਕੰਟਰੀ ਨਹੀਂ ਓਨ ਕਰਦਾ, ਜਿੰਨਾ ਮਰਜ਼ੀ ਤੁਸੀਂ ਕਹਿ ਲਓ ਵੀ ਤੁਸੀਂ ਜੇ ਮਤਲਬ ਇਹ ਮੈਂ ਇਹਨੂੰ ਬਾਰ-ਬਾਰ ਕਹਿੰਦਾ ਕਿ ਕੈਨੇਡਾ ਦੀ ਬੜੀ ਵਿਸ਼ਫੁਲ ਥਿੰਕਿੰਗ ਹੈ, ਜੇ ਉਹ ਇੰਡੀਆ ਤੋਂ ਇਹ ਮਨਵਾਉਣਾ ਚਾਹ ਰਹੇ ਨੇ ਕਿ ਜੀ ਇਹ ਇੱਕ ਸਾਬੋਟਾਜ ਦੀ ਐਕਟੀਵਿਟੀ 'ਚ ਉਹਨਾਂ ਦਾ ਇਨਵੋਲਵਮੈਂਟ ਸੀ, ਇਹ ਤਾਂ ਚੀਜ਼ਾਂ ਨੂੰ ਕੈਨੇਡਾ ਨੂੰ ਹੀ ਪ੍ਰੂਵ ਕਰਨਾ ਪੈਣਾ ਐਟ ਦ ਐਂਡ ਆਫ ਦ ਡੇ। ਸੋ ਨੋ ਕੰਟਰੀ ਵਿਲ ਐਵਰ ਐਡਮਿਟ ਇਟ। ਇਟ ਇਜ਼ ਓਨਲੀ ਯੂ ਹੂ ਥਰੂ ਯੋਰ ਐਵੀਡੈਂਸਿਸ ਔਰ ਥਰੂ ਵਟਐਵਰ ਕ੍ਰੈਡੀਬਲ ਥਿੰਗਸ ਯੂ ਮੇ ਹੈਵ, ਤੁਸੀਂ ਉਹਨਾਂ ਨੂੰ ਐਕਸਪੋਜ਼ ਦੁਨੀਆ ਦੀ ਕਚਹਿਰੀ ਵਿੱਚ ਕਰੋ। ਇੰਡੀਆ ਮੰਨੇ ਨਾ ਮੰਨੇ, ਹਾਊ ਡਜ਼ ਇਟ ਰੀਅਲੀ ਮੈਟਰ।
ਤੁਸੀਂ ਇਹ ਵੀ ਜੇ ਦੁਨੀਆ ਨੂੰ ਇਹ ਦੱਸਤਾ ਜਾਂ ਸਥਾਪਿਤ ਕਰਤਾ ਕਿ ਨਹੀਂ ਦਿਸ ਇਜ਼ ਇੰਡੀਆ, ਦਿਸ ਇਜ਼ ਵੇਅਰ ਦੇ ਆਰ ਰੋਂਗ, ਸੋ ਦੈਟਸ ਦ ਐਂਡ ਆਫ ਦ ਸਟੋਰੀ। ਠੀਕ ਹੈ ਨਾ, ਉਸ ਤੋਂ ਬਾਅਦ ਤਾਂ ਠੀਕ ਹੈ ਉਹਨਾਂ ਨੂੰ ਦੁਨੀਆ ਦੀ ਨਜ਼ਰਾਂ ਦੇ ਵਿੱਚ ਅਕਾਊਂਟੇਬਲ ਹੋਲਡ ਕਰਨਾ ਹੈ, ਬਟ ਰਾਈਟ ਨਾਓ ਤੁਸੀਂ ਸਿੱਧੀ ਸ਼ੁਰੂਆਤ ਇੱਕ ਪਿੱਚ ਤੇ ਕੀਤੀ ਹੈ ਕਿ ਵੀ ਤੁਸੀਂ ਮਰਵਾਇਆ ਬੰਦਾ, ਤੁਹਾਡੇ ਏਜੰਟਸ ਨੇ ਮਰਵਾਇਆ। ਹੁਣ ਜਦੋਂ ਉੱਥੋਂ ਗੱਲ ਸ਼ੁਰੂ ਹੋਈ ਤਾਂ ਫਿਰ ਆਪਸ ਦੇ ਵਿੱਚ ਜਿਹੜੀ ਆਲਮੋਸਟ ਇੱਕ ਪੋਜੀਸ਼ਨ ਲੈ ਲਈ ਗਈ ਨਾ, ਉਹਨਾਂ ਨੇ ਆਪਣੀ ਪੋਜੀਸ਼ਨ ਲੈ ਲਈ, ਇੰਡੀਆ ਨੇ ਆਪਣੀ ਪੋਜੀਸ਼ਨ ਲੈ ਲਈ। ਹੁਣ ਇਹਦਾ ਇੱਕ ਦੂਸਰੇ ਦੀ ਜਿਹਨੂੰ ਕਹਿੰਦੇ ਈਗੋ ਲੈ ਕੇ ਖੜੇ ਨੇ, ਐਂਡ ਨੋਬਡੀ ਵਾਂਟਸ ਟੂ ਬੱਜ ਔਰ ਯੂ ਨੋ ਹੂ ਬਲਿੰਕਸ ਦੀ ਆਈ ਵਾਲੀ ਸਿਚੁਏਸ਼ਨ ਹੋਈ ਪਈ ਹੈ। ਸੋ ਇੰਡੀਆ ਵੀ ਆਪਣੇ ਆਪ ਨੂੰ ਕਹਿ ਰਿਹਾ ਵੀ ਆਓ ਦੇਖਦੇ ਹਾਂ ਕਿੰਨਾ ਦਮ ਹੈ ਤੁਹਾਡੇ 'ਚ, ਕਿੰਨੇ ਐਲੀਗੇਸ਼ਨ ਤੁਹਾਡੇ 'ਚ ਦਮ ਹੈ। ਅਤੇ ਸੋ ਉਹ ਗੱਲਾਂ ਨੇ। ਲੇਕਿਨ ਇੱਥੇ ਲੋਕਲੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਇੱਥੇ ਚੀਜ਼ਾਂ ਉੱਭਰ ਰਹੀਆਂ ਨੇ। ਵੀ ਹੋਪ ਕਿ ਇਹ ਕ੍ਰੈਡੀਬਲ ਐਵੀਡੈਂਸ ਲੈ ਕੇ ਆਉਣਗੇ। ਕ੍ਰੈਡੀਬਲ ਐਲੀਗੇਸ਼ਨਸ ਦਾ ਸ਼ਬਦ ਤਾਂ ਕ੍ਰੈਡੀਬਲ ਐਲੀਗੇਸ਼ਨ ਵਰਤਿਆ ਗਿਆ ਹੈ। ਇਟ ਸ਼ੁੱਡ ਬੀ ਫੋਲੋਡ ਬਾਏ ਕ੍ਰੈਡੀਬਲ ਐਵੀਡੈਂਸ ਆਲਸੋ, ਬਿਕੋਜ਼ ਐਵੀਡੈਂਸ ਤੋਂ ਬਗੈਰ ਕੁਝ ਨਹੀਂ ਹੁੰਦਾ। ਜੇ ਆਪਾਂ ਰੂਲ ਆਫ ਲਾਅ ਦੀ ਗੱਲ ਕਰਦੇ ਹਾਂ ਤਾਂ ਬਿਨਾਂ ਸਬੂਤਾਂ ਦੇ ਕੁਝ ਨਹੀਂ ਹੋਣਾ। even though you may know that this may be a person behind or state ਤਾਕਤ ਸ਼ਕਤੀ ਵਾਰਦਾਤ ਦੇ ਪਿੱਛੇ ਜੇ ਹੈ ਵੀ, ਤਾਂ ਫਿਰ ਠੀਕ ਹੈ ਪੋਲੀਟਿਕਸ ਕਰਨ ਲਈ ਇਲਜ਼ਾਮ ਤਾਂ ਇਲਜ਼ਾਮ ਨੇ, ਲੇਕਿਨ ਐਵੀਡੈਂਸਿਸ ਦਾ ਤਾਂ ਮੁਕਾਬਲਾ ਨਹੀਂ ਨਾ ਹੈ। ਸੋ ਉਹ ਐਵੀਡੈਂਸਿਸ ਜੇ ਤੁਸੀਂ ਸੋਚੋ ਇੰਡੀਆ ਤੁਹਾਨੂੰ ਦੇਗਾ, ਜੇ ਤੁਸੀਂ ਕੈਨ ਯੂ ਲਿੰਕ ਦੈਮ ਟੁਗੈਦਰ, ਸੋ ਉਹ ਸਾਰੀ चीज़ें देखनियाँ बाकी होंगी। सो आई मीन लेट्स सी की होता जी। शायद ये अना की बात हो या फिर कुछ और भी है इसमें, आने वाले दिनों में शायद खुलासा हो। इसी उम्मीद के साथ हम आज की चर्चा आज के लिए बंद करते हैं। आपका बहुत बहुत शुक्रिया रितेश जी इस चर्चा में जुड़ने के लिए। आप सबका भी बहुत शुक्रिया अपना कीमती वक्त हमें देने के लिए।